प्यारे किसान वीरों, मैं डॉक्टर वीरपाल कौर खेतीबाड़ी विकास अफसर जिला लुधियाना तो स्वागत करती हाँ तुहाडा अज दे प्रोग्राम मेरा पिंड मेरे खेत विच। किसान वीरों, जिवें कि सानूं पता कि पंजाब दे विच कणक ते झोने दा फसली चक्कर इन्ना प्रचलित आ कि पंजाब अज दे टाइम दे विच बड़िया ही औकड़ां दा सामना कर रहा, जिवें कि पानी दा पद्धर नीवां जा रहा, होर भी बड़िया औकड़ां आ रही पंजाब दे विच ते सानूं लोड़ आ कि फसली विभिन्नता अपनाउण दी। ते फसली विभिन्नता अपनाउण दे लई एक मक्की दी फसल ही इहो जी फसल आ कि जिहदे नाल आपां फसली विभिन्नता अपना सकदे आ ते इन्हां औकड़ां दा सामना भी कर सकदे आ। ते अज साडी गलबात दा विशा भी यही रहेगा, सोहनी रुੱਤ दी मक्की दी सफल काश्त। ते इस विषय ते गलबात करन दे लई मेरे नाल बैठे ने डॉक्टर गौरवधीर जी। मैं तुहानूं दसना चाहांगी कि डॉक्टर गौरवधीर जी जिला लुधियाना दे विच खेतीबाड़ी विकास अफसर की सेवा निभा रहे हैं। डॉक्टर साहब, जिमें अज अपना विशा भी आ कि सोहनी रुੱਤ दी मक्की दी सफल काश्त, इस विषय के वल वधदे होए आपां तुहाडे तो पुछांगे कि मौजूदा स्थिति की आ पंजाब दे विच मक्की दी, किन्ने क रकबे ते इस दी काश्त कीती जांदी आ? पंजाब विच टोटल जिहड़ा रकबा हैगा मक्की दा 110 ਲੱਖ ਹੈਕਟੇਅਰ ਵਿੱਚ ਇਹਦੀ ਕਾਸ਼ਤ ਕੀਤੀ ਜਾਂਦੀ ਹੈ जी। ਤੇ ਇਹਦਾ ਜਿਹੜਾ ਔਸਤਨ ਝਾੜ ਹੈਗਾ ਉਹ ਆਪਣਾ 4 ਲੱਖ ਟਨ, ਜਿਹੜਾ ਟੋਟਲ ਝਾੜ ਹੈਗਾ ਉਤਪਾਦਨ ਹੈਗਾ ਇਹਦਾ 4 ਲੱਖ ਟਨ ਹੈ ਤੇ ਔਸਤਨ ਝਾੜ ਇਹਦਾ 15 ਤੋਂ 25 ਕੁਇੰਟਲ औसतन झाड़ है प्रति एकड़ पंजाब दा। खेती की तो चलो गल हो गई, जे आप गल करिए कि पंजाब दे विच कणक ते झोने दा फसली चक्कर ही बड़ा प्रचलित आ, ये क्यों कहा जाता कि झोने दा बदल एक मक्की ही आ? आपां नूं मक्की दे की फायदे ने लगाउण दे? जे आपां झोने दा बदल देखीए तां एक मक्की ही एक ऐसी फसल है जिहड़े झोने दे काश्त नाल जिहड़े साडे पर्यावरण ते मिट्टी ते जिहड़े कुप्रभाव पै रहे ने, इहदे माड़े प्रभाव पै रहे ने, वो मक्की दी फसल ही है जिहड़ा मतलब कि ਉਹਦੇ ਕੰਪੈਰੀਜ਼ਨ ਦੇ ਵਿੱਚ ਉਨੀ ਹੀ ਇਕਨੋਮਿਕਸ ਕਿਸਾਨ ਨੂੰ ਦੇ ਕੇ ਜਾ ਸਕਦੇ ਆ, ਉਨਾ ਹੀ ਉਹਦਾ ਮਤਲਬ ਕਿ ਵਿੱਤੀ ਉਹਦਾ ਕੰਡੀਸ਼ਨਸ ਵਧੀਆ ਕਰ ਸਕਦੀ ਹੈ। ਜਿਵੇਂ ਝੋਨੇ ਦੇ ਵਿੱਚ ਪਾਣੀ ਆਪਣੇ ਜ਼ਮੀਨੀ ਪਾਣੀ ਜਿਹੜਾ ਉਹਦਾ ਪੱਧਰ ਕਾਫੀ ਥੱਲੇ ਜਾ ਰਿਹਾ ਹੈ, ਮੇਨ ਕਾਰਨ ਇਹਦਾ ਉਹੀ ਹੈ ਜ਼ਮੀਨੀ ਪਾਣੀ ਦੇ ਬਚਤ ਤੇ ਬਾਕੀ ਜਿਹੜਾ ਆਪਣਾ ਕਲਾਈਮੇਟ ਚੇਂਜ ਦੇ ਵਿੱਚ ਜਿਹੜਾ ਮੁੱਖ ਕਾਰਨ ਗੈਸ ਬਣਦੀ ਹੈ ਖੇਤੀਬਾੜੀ ਦੀ ਮਿਥੇਨ, ਉਹਨੂੰ ਮਤਲਬ ਦੇਖਦੇ ਹੋਏ ਸਾਨੂੰ ਮੱਕੀ ਦੀ ਇੱਕ ਮੇਨ ਫਸਲ ਹੈਗੀ ਹੈ ਜਿਹੜੀ ਉਹਨੂੰ ਬਦਲ ਸਕਦੀ ਹੈਗੀ। ਡਾਕਟਰ ਸਾਹਿਬ, ਮੁੱਢਲੀ ਚੀਜ਼ ਦੀ ਗੱਲ ਕਰੀਏ ਤਾਂ ਇੱਕ ਜਲਵਾਯੂ ਵੀ ਇਹੋ ਜਿਹੀ ਆ ਕਿ ਜਿਹੜੀ ਆਪਣੀ ਫਸਲ ਤੇ ਬਹੁਤ ਹੀ ਪ੍ਰਭਾਵ ਪਾਉਂਦੀ ਆ। ਮੱਕੀ ਦੀ ਫਸਲ ਦੇ ਵਾਸਤੇ ਕਿੱਦਾਂ ਦੀ ਜਲਵਾਯੂ ਅਨੁਕੂਲ ਆ? ਮੱਕੀ ਦੀ ਫਸਲ ਦੇ ਵਾਸਤੇ ਸਿੱਲੀ ਅਤੇ ਗਰਮ ਜਲਵਾਯੂ ਮਤਲਬ ਕਿ ਇਹਦੇ ਲਈ ਅਨੁਕੂਲ ਹੈ। ਇਹਦੇ ਮਤਲਬ ਬਜਾਈ ਦੇ ਟਾਈਮ ਤੇ 21 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ ਤੇ ਇਹਦੇ ਵਧਣ ਫੁੱਲਣ ਲਈ ਆਪਾਂ ਨੂੰ 30 ਡਿਗਰੀ ਤੱਕ ਸੈਂਟੀਗ੍ਰੇਡ ਤੱਕ ਚਾਹੀਦਾ। ਇਹਦੇ ਵਿੱਚ ਮੁੱਖ ਜਿਹੜਾ ਜਦੋਂ ਇਹਨੇ ਨਿਸਰਨਾ ਹੈਗਾ ਉਦੋਂ ਆਪਾਂ ਨੇ ਦੇਖਣਾ ਹੈ ਕਿ ਸਿੱਲਾ ਹੋਣਾ ਚਾਹੀਦਾ ਹੈ, ਜਿਹੜਾ ਮਤਲਬ ਕਿ ਤਾਪਮਾਨ ਹੈਗਾ। ਜੇ ਉਦੋਂ ਗਰਮੀ ਵੱਧ ਪੈ ਗਈ, ਸਿੱਲ ਘੱਟ ਹੋਈ ਤਾਪਮਾਨ ਦੇ ਵਿੱਚ, ਤਾਂ ਇਹਦੇ ਜਿਹੜਾ ਪਰਾਗ ਹੁੰਦਾ ਹੈਗਾ ਉਹ ਕਿਣ ਜਾਂਦਾ ਹੈਗਾ, ਮਰ ਜਾਂਦਾ ਹੈਗਾ ਅਤੇ ਪਰਾਗਣ ਦੀ ਕਿਰਿਆ ਬਿਲਕੁਲ ਨਹੀਂ ਹੁੰਦੀ, ਜਿਹਦੇ ਕਰਕੇ ਮੱਕੀ ਦੇ ਦਾਣੇ ਨਹੀਂ ਪੈਂਦੇ ਛੱਲੀਆਂ ਦੇ ਵਿੱਚ। ਆਪਾਂ ਨੂੰ ਮੁੱਖ ਉਹੀ ਚੀਜ਼ ਧਿਆਨ 'ਚ ਰੱਖਣੀ ਹੈ, ਜਦੋਂ ਪਰਾਗਣ ਦੀ ਕਿਰਿਆ ਹੋਣੀ ਹੈ, ਪਰਾਗ ਨਿਕਲਣੇ ਸ਼ੁਰੂ ਹੋਣ, ਉਦੋਂ ਮੱਕੀ ਦੇ ਖੇਤ ਨੂੰ ਪਾਣੀ ਲਾ ਕੇ ਸਿੱਲ ਵਾਲੀ ਕੰਡੀਸ਼ਨ ਪੈਦਾ ਕਰ ਲਈ ਆਪਾਂ ਖੇਤ ਦੇ ਵਿੱਚ। ਡਾਕਟਰ ਸਾਹਿਬ, ਜਲਵਾਯੂ ਤੋਂ ਬਾਅਦ ਆਪਾਂ ਗੱਲ ਕਰੀਏ ਜ਼ਮੀਨ ਦੀ, ਕਹਿੰਦੇ ਆ ਕਿ ਜੇ ਜ਼ਮੀਨ ਚੰਗੀ ਹੋਵੇ ਤਾਂ ਇਹ ਬਹੁਤ ਜ਼ਿਆਦਾ ਆਪਣੀ ਫਸਲ 'ਤੇ ਪ੍ਰਭਾਵ ਪਾਉਂਦੀ ਆ ਕਿ ਕਿੱਦਾਂ ਦਾ ਝਾੜ ਹੋਵੇਗਾ, ਅਤੇ ਕਿੱਦਾਂ ਦੀ ਜ਼ਮੀਨ ਇਹਦੇ ਵਾਸਤੇ ਅਨੁਕੂਲ ਆ? ਮੱਕੀ ਦੇ ਲਈ ਸਾਰੀ ਜ਼ਮੀਨਾਂ ਦੇ ਵਿੱਚ ਮੱਕੀ ਦੀ ਕਾਸ਼ਤ ਹੋ ਸਕਦੀ ਹੈ। ਜਿਹੜਾ ਮੇਨ ਇਹਦੇ ਵਿੱਚ ਹੈ, ਜ਼ਮੀਨ ਦੇ ਵਿੱਚ ਜਲ ਦੀ ਨਿਕਾਸੀ ਜ਼ਰੂਰੀ ਹੈ। ਜਿਹੜਾ ਮੱਕੀ ਨੂੰ ਮਾਰਦਾ ਹੈਗਾ, ਪਾਣੀ ਮਰਦਾ, ਜੇ ਬਾਰਿਸ਼ ਦਾ ਪਾਣੀ ਖੜ੍ਹ ਜਾਵੇ ਮਿੱਟੀ ਦੇ ਵਿੱਚ ਤਾਂ ਮੱਕੀ ਮਰ ਜਾਂਦੀ ਹੈਗੀ। ਮੇਨ ਜਲ ਦਾ ਨਿਕਾਸ ਹੋਣਾ ਚਾਹੀਦਾ। ਅਤੇ ਦੂਜੀ ਜਿਹੜੀ ਗੱਲ ਹੈ, ਖਾਰੀਆਂ ਜ਼ਮੀਨਾਂ ਦੇ ਵਿੱਚ ਇਹਦੀ ਕਾਸ਼ਤ ਤੋਂ ਗੁਰੇਜ਼ ਕੀਤਾ ਜਾਵੇ। ਉਸ ਤੋਂ ਬਾਅਦ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਇੱਕ ਕਿਸਮ ਤੇ ਕਿੰਨੀ ਕੁ ਮਾਤਰਾ ਸਾਨੂੰ ਬੀਜ ਦੀ ਰੱਖਣੀ ਚਾਹੀਦੀ। ਸਾਡੇ ਕਿਸਾਨ ਵੀਰਾਂ ਨੂੰ ਇਹ ਗੱਲਾਂ ਦਾ ਅਕਸਰ ਪਤਾ ਨਹੀਂ ਹੁੰਦਾ, ਸੋ ਆਪਾਂ ਕਿਹੜੀ ਕਿਸਮ ਦੀ ਚੋਣ ਕਰੀਏ ਤੇ ਕੀ ਮਾਤਰਾ ਰੱਖੀਏ ਬੀਜ ਦੀ? ਪ੍ਰਤੀ ਏਕੜ 8 ਕਿਲੋ ਬੀਜ ਆਪਾਂ ਪਾਉਣਾ ਹੈਗਾ। ਅਤੇ ਕਿਸਮਾਂ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਆਉਂਦੀਆਂ। ਪਹਿਲਾਂ ਤਾਂ ਹਾਈਬ੍ਰਿਡ ਕਿਸਮਾਂ ਹੈਗੀਆਂ, ਵੱਖ-ਵੱਖ ਮਤਲਬ ਪ੍ਰਾਈਵੇਟ ਕੰਪਨੀਆਂ ਦੇ, ਉਹਨਾਂ ਦੇ 30 ਕੁਇੰਟਲ ਤੱਕ ਔਸਤਨ ਝਾੜ ਨੇ। ਜਿਵੇਂ ਉਹਦੇ ਵਿੱਚ ਇੱਕ DKC 9164 ਵਰਾਇਟੀ ਹੈਗੀ ਹੈ, P3401 ਹੈ, ਅਤੇ ਆਪਣੇ S7750 ਕਿਸਮ ਹੈਗੀ ਹੈ, ਜਿਹੜਾ ਵੱਧ ਝਾੜ ਦਿੰਦੇ ਹੈਗੇ ਕਿਸਾਨ ਨੂੰ। ਉਹਦਾ ਦਾਣੇ ਵੀ ਵੱਧ ਪੈਂਦੇ ਨੇ ਅਤੇ ਪੌਦ ਵੀ ਵੱਧ ਹੁੰਦੇ, ਜਿਹੜੀ ਆਪਾਂ ਹਰੇ ਚਾਰੇ ਦੇ ਤੌਰ 'ਤੇ ਆਪਾਂ ਵਰਤ ਸਕਦੇ ਹਾਂ। ਅਤੇ ਇਹ ਜਿਹੜੇ ਬੀਜ ਨੇ ਕਿਸਾਨ ਨੂੰ ਹਰ ਸਾਲ ਨਵੇਂ ਖਰੀਦਣੇ ਪੈਂਦੇ ਨੇ, ਕਿਉਂਕਿ ਇਹ ਹਾਈਬ੍ਰਿਡ ਕਿਸਮਾਂ ਨੇ। ਜੇ ਕਿਸਾਨ ਆਪਣਾ ਬੀਜ ਰੱਖਣਾ ਚਾਹੁੰਦਾ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀਆਂ ਕੰਪੋਜ਼ਿਟ ਵਰਾਇਟੀਆਂ ਨੇ, ਜਿਨ੍ਹਾਂ ਦਾ ਆਪਾਂ ਬੀਜ ਰੱਖ ਸਕਦੇ ਹਾਂ।
ਜਿਵੇਂ PMH 11 ਤੇ PMH 10 ਵੈਰਾਈਟੀਆਂ ਨੇ ਜਿਨ੍ਹਾਂ ਦਾ ਆਪਾਂ ਵੀ ਹਰ ਸਾਲ ਕਿਸਾਨ ਘਰ ਸਾਂਭ ਕੇ ਰੱਖ ਸਕਦਾ ਤੇ ਬਿਜਾਈ ਕਰ ਸਕਦਾ ਉਸ ਦੀ। ਕਿਸਾਨ ਵੀਰੋ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਨੂੰ ਕਿਹੜੀ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਆ। ਆਪਾਂ ਨੂੰ ਹਮੇਸ਼ਾ ਮਹਿਕਮੇ ਵੱਲੋਂ ਤੇ PAU ਵੱਲੋਂ ਹੀ ਸਿਫਾਰਿਸ਼ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਆ। ਡਾਕਟਰ ਸਾਹਿਬ ਜਿਵੇਂ ਕਿ ਅੱਜ ਆਪਣੇ ਪੰਜਾਬ ਦੀ ਮੌਜੂਦਾ ਸਥਿਤੀ ਆ ਕਿ ਪਾਣੀ ਦਾ ਜਿਹੜਾ ਪੱਧਰ ਆ ਉਹ ਨੀਵਾਂ ਹੀ ਜਾ ਰਿਹਾ ਦਿਨ ਬ ਦਿਨ। ਸੋ ਮਤਲਬ ਕਿ ਆਪਾਂ ਖੇਤ ਦੀ ਬਿਉਂਤਬੰਦੀ ਕਿਸ ਤਰ੍ਹਾਂ ਕਰੀਏ ਕਿ ਘੱਟ ਪਾਣੀ ਦੀ ਵਰਤੋਂ ਹੋਵੇ ਮੱਕੀ ਦੇ ਵਿੱਚ? ਆਪਣੇ ਜਿਹੜਾ ਦੋ ਤਰੀਕੇ ਨਾਲ ਇਹਦੀ ਬਿਜਾਈ ਕਰ ਸਕਦੇ ਆ ਆਪਾਂ, ਜਾਂ ਤਾਂ ਇਹਦੀ ਸਿੱਧੀ ਬਿਜਾਈ ਕਰ ਸਕਦੇ ਹੈਗੇ ਆ, ਪਾਣੀ ਮਤਲਬ ਕਿ ਜਿੱਥੇ ਪਾਣੀ ਦਾ ਨਿਕਾਸੀ ਵਧੀਆ ਹੁੰਦੀ ਹੋਵੇ ਉੱਥੇ ਸਿੱਧੀ ਬਿਜਾਈ ਕਰ ਸਕਦੇ ਆ। ਲਾਈਨਾਂ ਤੋਂ ਲਾਈਨਾਂ ਦਾ ਫਾਸਲਾ ਉਹ 'ਚ 60 ਸੈਂਟੀਮੀਟਰ ਤੇ ਬੂਟੇ ਤੇ ਬੂਟੇ ਦਾ 20 ਸੈਂਟੀਮੀਟਰ ਰੱਖ ਕੇ। ਜਿਵੇਂ ਕਿ ਆਪਾਂ ਪਾਣੀ ਦੀ ਗੱਲ ਕਰ ਰਹੇ ਹਾਂ, ਆਪਾਂ ਪਾਣੀ ਦੀ ਬਚਤ ਕਰਨੀ ਹੈਗੀ ਆ। ਝੋਨੇ ਦਾ ਬਦਲ ਮੱਕੀ ਵੱਲ ਲੈ ਕੇ ਆ ਰਹੇ ਨੇ, ਝੋਨੇ ਤੋਂ ਬਦਲ ਕੇ ਆਪਣਾ ਮੇਨ ਆਬਜੈਕਟਿਵ ਹੈਗਾ ਪਾਣੀ ਦੀ ਬਚਤ। ਉਹਦੇ ਲਈ ਅਸੀਂ ਬੈੱਡ ਤੇ ਇਹਦੀ ਪਲਾਂਟਿੰਗ ਕਰੀਏ ਮੱਕੀ ਦੀ। 67 ਸੈਂਟੀਮੀਟਰ ਚੌੜਾ ਬੈੱਡ ਹੋਵੇ, ਉਹਦੇ ਵਿਚਕਾਰ 3 ਤੋਂ 4-5 ਸੈਂਟੀਮੀਟਰ ਡੂੰਘਾ ਮਤਲਬ ਕਿ ਡੂੰਘਾਈ ਤੇ ਬੀਜੀਏ ਤੇ 18 ਸੈਂਟੀਮੀਟਰ ਪੌਦੇ ਦਾ ਡਿਫਰੈਂਸ ਹੋਵੇ ਪੌਦੇ ਤੋਂ ਪੌਦੇ ਦਾ। ਡਾਕਟਰ ਸਾਹਿਬ ਪਾਣੀ ਦੀ ਬੱਚਤ ਦੀ ਗੱਲ ਕਰੀਏ ਤਾਂ ਸਿੰਚਾਈ ਦੇ ਕਿਹੜੇ ਢੰਗ ਜ਼ਿਆਦਾ ਪ੍ਰਚਲਿਤ ਨੇ? ਜਿਵੇਂ ਕਿ ਆਪਾਂ ਇਹ ਵੀ ਦੇਖਿਆ ਜਾਂਦਾ ਕਿ ਅੱਜ ਕੱਲ੍ਹ ਤੁਪਕਾ ਸਿੰਚਾਈ ਬੜੀ ਪ੍ਰਚਲਿਤ ਹੋ ਰਹੀ ਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪਾਣੀ ਦਾ ਤਾਂ ਮੇਨ ਉਹੀ ਹੈ ਨਾ, ਜੇ ਤੁਸੀਂ ਬੈੱਡਾਂ ਤੇ ਮੱਕੀ ਦੀ ਬਿਜਾਈ ਕਰ ਰਹੇ ਹੋ ਤਾਂ ਸਾਡਾ 30 ਤੋਂ 40% ਪਾਣੀ ਸਾਡਾ ਬਚ ਜਾਂਦਾ ਹੈਗਾ। ਜੇ ਆਪਾਂ ਬੈੱਡਾਂ ਦੇ ਵਿੱਚ ਫਰੋ ਦੇ ਵਿੱਚ ਮਤਲਬ ਖਾਲਿਆਂ ਦੇ ਵਿੱਚ ਆਪਾਂ ਪਾਣੀ ਲਾਣਾ ਹੈਗਾ, ਠੀਕ ਹੈ ਨਾ, ਉਹਦੇ 'ਚ ਬਚਤ ਹੋ ਰਹੀ ਹੈ। ਅਤੇ ਇਸ ਤੋਂ ਇਲਾਵਾ ਹੁਣ ਜਿਹੜਾ ਨਵਾਂ ਸਿਸਟਮ ਤੁਪਕਾ ਸਿੰਚਾਈ ਦਾ ਸਿਸਟਮ ਪ੍ਰਚਲਿਤ ਹੋ ਰਿਹਾ ਹੈ, ਜਿਹਦੇ 'ਤੇ ਸਰਕਾਰ ਆਪਣਾ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਹੈ, ਉਹ 80% ਸਬਸਿਡੀ 'ਤੇ ਤੁਪਕਾ ਸਿੰਚਾਈ ਲਾ ਰਿਹਾ, ਜਿਹਦੇ ਵਿੱਚ 60 ਤੋਂ 70% ਪਾਣੀ ਦੀ ਬਚਤ ਹੈ। ਅਤੇ ਉਹਦੇ ਵਿੱਚ ਨਾਲ ਦੀ ਨਾਲ ਆਪਾਂ ਪਾਣੀ ਤੋਂ ਇਲਾਵਾ ਫਰਟੀਗੇਸ਼ਨ ਵੀ ਕਰ ਸਕਦੇ ਹਾਂ, ਖਾਦਾਂ ਪਾਣੀ ਵਿੱਚ ਰਲਾ ਕੇ ਪੌਦੇ ਨੂੰ ਖਾਦ ਵੀ ਨਾਲ ਦੀ ਨਾਲ ਅਪਲਾਈ ਕਰ ਸਕਦੇ ਹਾਂ। ਡਾਕਟਰ ਸਾਹਿਬ ਜਿਵੇਂ ਕਿ ਅੱਜ ਕੱਲ੍ਹ ਇੱਕ ਮੁੱਖ ਸਮੱਸਿਆ ਹੈਗੀ ਆ ਨਦੀਨਾਂ ਦੀ ਮੱਕੀ ਦੇ ਵਿੱਚ। ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਆ ਅਤੇ ਸਾਡੇ ਕਿਸਾਨ ਵੀਰ ਗੋਡੀਆਂ ਹੀ ਕਰਦੇ ਰਹਿ ਜਾਂਦੇ ਆ। ਅਤੇ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਕਿਹੜੇ ਨਦੀਨ ਨਾਸ਼ਕਾਂ ਦੀ ਵਰਤੋਂ ਸਾਨੂੰ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਆ? ਮੱਕੀ ਦੇ ਵਿੱਚ ਮੇਨਲੀ 2 ਕਿਸਮ ਦੇ ਨਦੀਨ ਹੁੰਦੇ ਨੇ, ਚੌੜੇ ਪੱਤਿਆਂ ਵਾਲੇ ਤੇ ਘਾਹ ਵਾਲੇ ਜੀ। ਤੇ ਇਹਦੇ ਵਿੱਚ 2 ਤਰ੍ਹਾਂ ਦੇ ਆਪਾਂ ਨਦੀਨ ਨਾਸ਼ਕ ਵਰਤ ਸਕਦੇ ਹਾਂ। ਇੱਕ ਤਾਂ ਪੌਦ ਜੰਮਣ ਤੋਂ ਪਹਿਲਾਂ ਤੇ ਇੱਕ ਪੌਦ ਜੰਮਣ ਤੋਂ ਬਾਅਦ। ਪੌਦ ਜੰਮਣ ਤੋਂ ਪਹਿਲਾਂ ਮੇਨ ਜਿਹੜਾ ਹੈਗਾ ਉਹ ਆਪਣਾ ਐਟਰਾਜੀਨ ਨਦੀਨ ਨਾਸ਼ਕ ਦਵਾਈ ਹੈ, ਜਿਹੜੀ ਕਿ ਹਲਕੀ ਜ਼ਮੀਨਾਂ 'ਚ ਆਪਾਂ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਭਾਰੀ ਜ਼ਮੀਨ ਦੇ ਵਿੱਚ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰ ਸਕਦੇ ਹਾਂ 10 ਦਿਨਾਂ ਦੇ ਵਿੱਚ ਬਿਜਾਈ ਤੋਂ ਬਾਅਦ। ਅਤੇ ਪੌਦ ਦੀ ਜੰਮਣ ਤੋਂ ਬਾਅਦ ਆਪਾਂ 3 ਦਵਾਈਆਂ ਨਵੀਆਂ ਆਈਆਂ, ਇੱਕ ਲੋਡਿਸ ਦਵਾਈ ਹੈਗੀ ਹੈ, ਟੈਂਜ਼ਰ ਹੈ, ਅਤੇ ਆਪਣੀ ਸੈਂਪਰਾ ਦਵਾਈ ਹੈ, ਜਿਹੜੀ ਕਿ ਮੋਥੇ ਨੂੰ ਇਟਸਿਟ ਨੂੰ ਜੜੋਂ ਖ਼ਤਮ ਕਰ ਦਿੰਦੀ ਹੈਗੀ ਹੈ, ਜਿਨ੍ਹਾਂ ਦੀ 150 ml ਪ੍ਰਤੀ ਏਕੜ ਮਾਤਰਾ ਹੈਗੀ ਹੈ। ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰੀਏ ਖਾਦਾਂ ਦੀ, ਤਾਂ ਕਿਹੜੀ ਖਾਦ ਦੀ ਵਰਤੋਂ ਸਾਡੇ ਕਿਸਾਨ ਵੀਰਾਂ ਨੂੰ ਕਰਨੀ ਚਾਹੀਦੀ ਆ? ਕਿਉਂਕਿ ਉਹ ਕੀ ਕਰਦੇ ਨੇ, ਬੇਲੋੜੀਆਂ ਖਾਦਾਂ ਜ਼ਰੂਰਤ ਤੋਂ ਵੱਧ ਹੀ ਫਸਲ ਨੂੰ ਦੇ ਦਿੰਦੇ ਨੇ। ਸਾਨੂੰ ਬਿਜਾਈ ਤੋਂ ਬਾਅਦ ਖਾਦ ਦੇਣ ਦਾ ਢੰਗ ਵੀ ਦੱਸਿਆ ਜਾਵੇ ਅਤੇ ਦੱਸਿਆ ਜਾਵੇ ਕਿੰਨੀ ਕੁ ਮਾਤਰਾ ਆਪਾਂ ਖਾਦ ਦੀ ਰੱਖੀਏ। ਮੱਕੀ ਦੇ ਵਿੱਚ ਜਿਹੜੀ ਮੇਨ ਪਹਿਲਾ ਖਾਦ ਹੈਗੀ ਉਹ ਤਾਂ ਯੂਰੀਆ ਹੀ ਹੈ। 110 ਕਿਲੋ ਪ੍ਰਤੀ ਏਕੜ ਹਿਸਾਬ ਦੇ ਨਾਲ ਆਪਾਂ ਯੂਰੀਆ ਕਰਨਾ ਹੈਗਾ, ਇਹਦੇ ਵਿੱਚ ਅਪਲਾਈ ਕਰਨਾ ਹੈ 1 ਏਕੜ ਦੇ ਵਿੱਚ ਜੀ, ਜਿਹੜਾ ਕਿ ਆਪਾਂ ਘੱਟੋ ਘੱਟ 3 ਕਿਸ਼ਤਾਂ ਦੇ ਵਿੱਚ ਆਪਾਂ ਅਪਲਾਈ ਕਰੀਏ ਮੱਕੀ ਦੀ ਕ੍ਰੌਪ ਨੂੰ, ਜਿਹਦੇ ਵਿੱਚੋਂ 25 ਕਿਲੋ ਤੁਸੀਂ ਬਿਜਾਈ ਦੇ ਸਮੇਂ ਕਰ ਦਿਓ, 40 ਕਿਲੋ ਤੁਸੀਂ ਜਦੋਂ 5 ਪੱਤੇ ਨਿਕਲ ਆਉਣ ਮੱਕੀ ਦੇ ਉਦੋਂ ਕਰੋ, ਅਤੇ ਅਗਲਾ ਜਿਹੜੀ ਕਿਸ਼ਤ ਬਾਕੀ ਬਚਦੀ ਰਹਿ ਗਈ ਉਹ ਬਾਬੂ ਝੰਡਾ ਜਦੋਂ ਨਿਕਲ ਜਾਵੇ ਉਦੋਂ ਅਪਲਾਈ ਕਰ ਦਿਓ। ਅਤੇ ਇਹਦੇ ਵਿੱਚ ਡਾਈ ਪਾਉਣਾ ਹੈਗਾ ਅਸੀਂ 55 ਕਿਲੋ, ਉਹ ਬਿਜਾਈ ਦੇ ਸਮੇਂ ਸਾਰਾ ਪਾ ਦੇਣਾ ਹੈਗਾ। ਅਗਲਾ ਆ ਗਿਆ ਪੋਟਾਸ਼ ਪਾਉਣਾ 20 ਕਿਲੋ। ਪੋਟਾਸ਼ ਦੇ ਪਾਉਣ ਦੇ ਨਾਲ ਆਪਣਾ ਇੱਕ ਤਾਂ ਇਨਸੈਕਟ ਮਤਲਬ ਕਿ ਉਹਦੇ 'ਚ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ ਪੌਦ ਦੀ, ਅਤੇ ਦੂਜਾ ਉਹਦੇ ਦਾਣਿਆਂ ਦੀ ਕੁਆਲਿਟੀ ਪੋਟਾਸ਼ ਵਧੀਆ ਕਰਦਾ। ਡਾਕਟਰ ਸਾਹਿਬ ਜੇ ਗੱਲ ਕਰੀਏ ਆਪਾਂ ਕੀੜੇ ਮਕੌੜਿਆਂ ਦੀ, ਤਾਂ ਮੱਕੀ ਦੀ ਫਸਲ ਦੇ ਕਿਹੜੇ ਮੁੱਖ ਕੀੜੇ ਮਕੌੜੇ ਨੇ ਅਤੇ ਆਪਾਂ ਕਿੱਦਾਂ ਇਹਨਾਂ ਨੂੰ ਪਹਿਚਾਣ ਸਕਦੇ ਆ ਕਿ ਕੀੜੇ ਦੀ ਆਮਦ ਹੋ ਚੁੱਕੀ ਆ ਖੇਤ ਦੇ ਵਿੱਚ? ਮੱਕੀ ਦੀ ਫਸਲ ਦੇ ਵਿੱਚ ਜਿਹੜੇ ਅੱਜ ਦੇ ਟਾਈਮ ਦੇ ਵਿੱਚ 2 ਮੁੱਖ ਕੀੜੇ ਨੇ। ਪਹਿਲਾ ਤਾਂ ਮੱਕੀ ਦਾ ਗੜੂਆਂ ਹੈਗਾ, ਜਿਹਨੂੰ ਆਪਾਂ ਗੋਬ ਦੀ ਸੁੰਡੀ ਵੀ ਕਹਿ ਦਿੰਦੇ ਆ। ਦੂਜਾ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ 100% ਤੱਕ ਨੁਕਸਾਨ ਕਰ ਦਿੰਦਾ। ਅੱਜ ਥੋੜ੍ਹਾ ਟਾਈਮ ਹੀ ਹੋਇਆ ਉਹਨੂੰ ਪ੍ਰਚਲਿਤ ਹੋਏ ਨੂੰ, ਆਪਣਾ ਉਹ ਫਾਲ ਆਰਮੀ ਵਾਰਮ ਹੈ ਕੀੜਾ। ਜਿਹੜਾ ਗੋਬ ਦੀ ਸੁੰਡੀ ਹੈ ਉਹਦੇ ਜਿਹੜੇ
ਪੌਦੇ ਨੂੰ ਨੁਕਸਾਨ ਕਰਦੀ ਆ, ਪੱਤਿਆਂ ਤੇ ਝਰੀਟਾ ਪਾ ਦਿੰਦੀ ਹੈਗੀ ਆ। ਤੇ ਜਿਹੜਾ ਫਾਲ ਆਰਮੀ ਵਾਰਮ ਹੈ ਉਹ ਪੱਤਿਆਂ ਤੇ ਕੀ ਕਰਦਾ ਹੈਗਾ, ਗੋਲਾਕਾਰ ਜਾਂ ਅੰਡਾਕਾਰ ਸੁਰਾਖ ਕਰ ਦਿੰਦਾ ਹੈਗਾ, ਗੋਬ ਦੇ ਰਾਹੀਂ ਉਹ ਤਣੇ ਦੇ ਵਿੱਚ ਛੇਦ ਕਰ ਦਿੰਦਾ ਹੈਗਾ ਤੇ ਪੂਰਾ ਵਿੱਠਾ ਨਾਲ ਭਰ ਦਿੰਦਾ ਗੋਬ ਨੂੰ ਜੀ। ਤੇ ਇਹਦੇ ਕੰਟਰੋਲ ਦੇ ਲਈ ਤਾਂ ਜਿਹੜੀ ਗੋਬ ਦੀ ਸੁੰਡੀ ਹੈ ਉਹਦੇ 30 ml ਕੋਰਾਜਨ 150 ਲੀਟਰ ਪਾਣੀ 'ਚ ਪਾ ਕੇ ਆਪਾਂ ਸਪਰੇਅ ਕਰਨੀ ਹੈ। ਤੇ ਫਾਲ ਆਰਮੀ ਵਾਰਮ ਦੀ ਸੁੰਡੀ ਦੀ ਇਹੀ ਨਿਸ਼ਾਨੀ ਹੈ, ਜਿਹੜੇ ਉਹਦੇ ਸਿਰ ਦੇ ਪਾਸੇ ਇੱਕ ਸਿਰੇ ਤੇ ਇਨਵਰਟਿਡ ਵਾਈ ਸ਼ੇਪ ਚਿੱਟੇ ਰੰਗ ਦਾ ਨਿਸ਼ਾਨ ਹੁੰਦਾ ਤੇ ਦੂਜੇ ਸਿਰੇ ਤੇ 4 ਚੌਰਸਕਾਰ ਕਾਲੇ ਰੰਗ ਦੇ ਧੱਬੇ ਹੁੰਦੇ ਨੇ। ਤੇ ਇਹਦੇ ਕੰਟਰੋਲ ਦੇ ਲਈ ਆਪਾਂ 0.5 ml ਪ੍ਰਤੀ ਲੀਟਰ ਕੋਰਾਜਨ ਦੀ ਤੇ 0.4 ਗ੍ਰਾਮ ਪ੍ਰਤੀ ਲੀਟਰ ਐਮਾਮੈਕਟਿਨ ਬੈਂਜ਼ੋਇਡ ਦੀ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਆ ਪ੍ਰਤੀ ਏਕੜ। ਕਿਸਾਨ ਵੀਰੋ, ਹੁਣੇ ਡਾਕਟਰ ਸਾਹਿਬ ਨੇ ਦੱਸਿਆ ਕਿ ਮੱਕੀ ਦੀ ਫਸਲ ਦੇ ਕਿਹੜੇ ਮੁੱਖ ਕੀੜੇ ਮਕੌੜੇ ਨੇ। ਮੈਂ ਇਹੀ ਕਹਿਣਾ ਚਾਹਾਂਗੀ ਕਿ ਲਗਾਤਾਰ ਆਪਦੇ ਖੇਤ ਦਾ ਨਿਰੀਖਣ ਕਰਦੇ ਰਹੋ ਤੇ ਇਸ ਕੀੜੇ ਦੀ ਆਮਦ ਦਾ ਪਤਾ ਕਰਦੇ ਰਹੋ। ਡਾਕਟਰ ਸਾਹਿਬ, ਜੇ ਹੁਣ ਆਪਾਂ ਗੱਲ ਕਰੀਏ ਤੱਤਾਂ ਦੀ, ਤਾਂ ਮੱਕੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਆ ਜਾਂਦੀ ਆ ਤੇ ਕਿੱਦਾਂ ਉਹ ਘਾਟ ਨੂੰ ਪਹਿਚਾਨਿਆ ਜਾ ਸਕਦਾ ਤੇ ਕੀ ਆਪਾਂ ਉਹਦੇ ਲਈ ਵਰਤ ਸਕਦੇ ਆ? ਮੱਕੀ ਦੀ ਫਸਲ ਦੇ ਵਿੱਚ ਮੁੱਖ ਜ਼ਿੰਕ ਤੱਤ ਦੀ ਘਾਟ ਆਉਂਦੀ ਹੈ, ਜਿਹਦੇ ਵਿੱਚ ਇਹਦਾ ਉੱਪਰਲੇ ਦੂਜਾ ਤੀਜਾ ਪੱਤਾ ਇਹਦੀ ਮੁੱਢਾਂ ਜਿਹੜੀਆਂ ਉਹ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਜੀ। ਤੇ ਜਿਹੜੀ ਮੇਨ ਇਹਦੀ ਨਾੜ ਹੈਗੀ ਆ ਉਹਦੇ ਦੋਨੋਂ ਆਲੇ ਦੁਆਲੇ ਲਾਲ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਨੇ। ਜਿਹੜੇ ਬੂਟੇ ਨੇ ਉਹ ਮੱਧਰੇ ਰਹਿ ਜਾਂਦੇ ਨੇ ਤੇ ਜੇ ਘਾਟ ਬਾਅਦ ਦੇ ਵਿੱਚ ਜਾ ਕੇ ਆਵੇ ਤਾਂ ਬਾਬੂ ਝੰਡਾ ਤੇ ਦਾਣੇ ਜਿਹੜੇ ਨੇ ਉਹ ਨਿਕਲਣ ਦੇ ਵਿੱਚ ਪੈਣ ਦੇ ਵਿੱਚ ਬਹੁਤ ਦੇਰ ਨਾਲ ਪੈਂਦੇ ਨੇ, ਛੱਲੀਆਂ ਦੇ ਵਿੱਚ ਦਾਣੇ। ਤੇ ਇਹਨੂੰ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਹਾਂ? ਜੇ ਤਾਂ ਸਾਨੂੰ ਪਿਛਲੀ ਫਸਲ ਦੇ ਵਿੱਚ ਮੱਕੀ ਤੋਂ ਪਹਿਲੀ ਵਾਲੀ ਫਸਲ ਦੇ ਵਿੱਚ ਸਾਨੂੰ ਘਾਟ ਪਤਾ ਲੱਗ ਜਾਏਗੀ ਇਹ 'ਚ ਜ਼ਿੰਕ ਦੀ ਘਾਟ ਹੈ ਖੇਤ 'ਚ, ਤਾਂ 10 ਕਿਲੋ ਆਪਾਂ ਜ਼ਿੰਕ ਸਲਫੇਟ ਜਿਹੜਾ ਹੈਪਟਾਹਾਈਡਰੇਟ ਆਉਂਦਾ ਹੈਗਾ ਉਹ 10 ਕਿਲੋ ਪਾਉਣਾ ਤੇ ਜ਼ਿੰਕ ਸਲਫੇਟ ਇੱਕ ਮੋਨੋਹਾਈਡਰੇਟ ਆਉਂਦਾ ਉਹ 6.5 ਕਿਲੋ ਪ੍ਰਤੀ ਏਕੜ ਮਿੱਟੀ ਦੇ ਵਿੱਚ ਰਲਾ ਦੇਣਾ ਹੈਗਾ ਆਪਾਂ ਬਿਜਾਈ ਤੋਂ ਪਹਿਲਾਂ। ਤੇ ਜੇ ਬਾਅਦ ਦੇ ਵਿੱਚ ਸਾਨੂੰ ਨੋਟਿਸ ਹੋਵੇ ਮੱਕੀ ਦੇ ਸੀਜ਼ਨ ਦੇ ਵਿੱਚ ਹੀ, ਤਾਂ ਅਸੀਂ ਚਲੇਟਿਡ ਜ਼ਿੰਕ ਆਉਂਦੀ ਹੈ 14%, ਉਹਦੀ ਪਲੱਸ ਜ਼ਿੰਕ ਸਲਫੇਟ ਇਹਨਾਂ ਦੀ ਕਿਲੋ ਦੀ ਚੂਨੇ ਅਣਭੁੱਜੇ ਚੂਨੇ ਦੇ ਵਿੱਚ ਰਲਾ ਕੇ 200 ਲੀਟਰ ਪਾਣੀ ਵਿੱਚ ਇਹਦੀਆਂ 2 ਸਪਰੇਆਂ ਕਰ ਸਕਦੇ ਹੈਗੇ। ਡਾਕਟਰ ਸਾਹਿਬ, ਜਿਵੇਂ ਆਪਾਂ ਦੇਖ ਰਹੇ ਹਾਂ ਕਿ ਬਰਸਾਤ ਦਾ ਮੌਸਮ ਆ ਤੇ ਜਲ ਨਿਕਾਸ ਦੀ ਬਹੁਤ ਵੱਡੀ ਸਮੱਸਿਆ ਆਪਣੇ ਕਿਸਾਨ ਵੀਰਾਂ ਨੂੰ ਆ ਰਹੀ ਆ, ਇਸ ਸਮੱਸਿਆ ਦੇ ਨਾਲ ਸਾਡੇ ਕਿਸਾਨ ਵੀਰ ਕਿੱਦਾਂ ਨਜਿੱਠਣ? ਮੱਕੀ ਦੇ ਵਿੱਚ ਮੁੱਖ ਜਿਵੇਂ ਆਪਣੀ ਸੋਹਣੀ ਮੱਕੀ ਹੈ ਬਾਰਿਸ਼ ਦੇ ਵਿੱਚ ਆ ਜਾਂਦੀ ਹੈ, ਜਿਹਦੇ ਕਰਕੇ ਖੇਤਾਂ ਵਿੱਚ ਪਾਣੀ ਖੜਾ ਹੋ ਜਾਂਦਾ ਤੇ ਮੱਕੀ ਸੁੱਕਣ ਲੱਗ ਜਾਂਦੀ ਹੈ। ਕਾਫੀ ਮਤਲਬ ਕਿ ਕਿਸਾਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਜੇ ਮੱਕੀ ਦੇ ਵਿੱਚ ਪਾਣੀ ਖੜਾ ਹੋ ਜਾਏ, ਪਹਿਲਾਂ ਤਾਂ ਅਸੀਂ ਉਹਦਾ ਜਲ ਨਿਕਾਸ ਕਰ ਦੇਣਾ ਹੈਗਾ ਤੇ ਜੇ ਮੱਕੀ ਨੂੰ ਨੁਕਸਾਨ ਹੋ ਜਾਏ ਤਾਂ ਅਸੀਂ 6 ਕਿਲੋ ਯੂਰੀਆ 200 ਲੀਟਰ ਪਾਣੀ ਵਿੱਚ ਘੋਲ ਕੇ ਉਹਦੀਆਂ ਹਫ਼ਤੇ ਦੇ ਫਰਕ ਤੇ 2 ਸਪਰੇਆਂ ਕਰ ਦੇਣੀਆਂ, ਜਿਹਦੇ ਨਾਲ ਦੁਬਾਰਾ ਮੱਕੀ ਰਿਕਵਰ ਹੋ ਜਾਂਦੀ ਹੈ, ਦੁਬਾਰਾ ਤੋਂ ਠੀਕ ਹੋ ਜਾਂਦੀ ਹੈਗੀ ਹੈ ਇਹਦੇ ਨਾਲ। ਡਾਕਟਰ ਸਾਹਿਬ, ਜਿਵੇਂ ਅੱਜ ਕੱਲ੍ਹ ਆਪਾਂ ਦੇਖ ਰਹੇ ਆ ਕਿ ਮੱਕੀ ਨੂੰ ਬੜਾਵਾ ਦੇਣ ਦੇ ਲਈ ਆਪਣੇ ਖੇਤੀਬਾੜੀ ਵਿਭਾਗ ਦਾ ਅਹਿਮ ਭੂਮਿਕਾ ਨਿਭਾ ਰਿਹਾ। ਜੇ ਆਪਾਂ ਗੱਲ ਕਰੀਏ ਸਕੀਮਾਂ ਤੇ ਗਤੀਵਿਧੀਆਂ ਦੀ, ਤਾਂ ਮਹਿਕਮਾ ਕਿਹੜੀ ਸਕੀਮ ਦੀ ਮਦਦ ਦੇ ਰਿਹਾ ਸਾਡੇ ਕਿਸਾਨ ਵੀਰਾਂ ਨੂੰ? ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੁੱਖ ਤੌਰ ਤੇ 3 ਮੱਕੀ ਦੀਆਂ ਮਤਲਬ ਕਿ ਸਹਾਇਤਾ ਦੇ ਰਿਹਾ, ਸਕੀਮਾਂ ਤਹਿਤ ਸਹਾਇਤਾ ਦੇ ਰਿਹਾ। ਪਹਿਲੀ ਤਾਂ ਫਸਲੀ ਵਿਭਿੰਨਤਾ ਸਕੀਮ ਹੈ, ਜਿਹਦੇ ਵਿੱਚ ਸੋਹਣੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ 135 ਰੁਪਏ ਕਿਲੋ ਪ੍ਰਤੀ ਕਿਲੋ ਬੀਜ ਤੇ ਸਬਸਿਡੀ ਦੇ ਰਿਹਾ। ਪ੍ਰਤੀ ਕਿਸਾਨ ਨੂੰ 5 ਏਕੜ ਤੱਕ 2 ਹੈਕਟੇਅਰ ਦੇ ਏਰੀਏ ਤੱਕ ਉਹ 40 ਕਿਲੋ ਬੀਜ ਤੇ ਸਬਸਿਡੀ ਲੈ ਸਕਦਾ ਹੈ। ਤੇ ਦੂਜੀ ਜਿਹੜੀ ਸਕੀਮ ਹੈਗੀ ਆ ਆਪਣੀ ਨਬਾਰਡ ਦੀ ਸਕੀਮ ਹੈਗੀ ਆ NAFCC, ਉਹਦੇ ਨੈਸ਼ਨਲ ਅਡਾਪਟੇਸ਼ਨ ਫੰਡ ਫॉर ਕਲਾਈਮੇਟ ਚੇਂਜ ਆ ਉਹ ਸਕੀਮ ਦਾ ਨਾਮ ਪੂਰਾ। ਉਹਦੇ ਵਿੱਚ ਕਿਸਾਨ ਨੂੰ 9400 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਤੇ ਮੱਕੀ ਦੀ ਲਵਾਈ ਤੇ ਖਾਦ ਤੇ ਜਿਵੇਂ ਕਿ ਜ਼ਿੰਕ, ਦਵਾਈਆਂ ਜਿਵੇਂ ਐਟਰਾਜ਼ੀਨ, ਆਪਣੇ ਲੋਡਿਸ ਦਵਾਈ ਹੋ ਗਈ, ਕੀਟਨਾਸ਼ਕ ਦਵਾਈਆਂ ਹੋ ਗਈਆਂ ਜਿਵੇਂ ਆਪਣੇ ਫੈਨਵੈਲਰੇਟ ਹੋ ਗਈ, ਕੋਰਾਜ਼ਨ ਹੋ ਗਈ, ਉਹਦੇ ਤੇ ਮੱਕੀ ਦੇ ਕਟਾਈ ਤੇ 10,000 ਤੱਕ ਦੀ ਸਹਾਇਤਾ, ਵਿੱਤੀ ਸਹਾਇਤਾ ਉਹਨੂੰ ਦੇ ਰਿਹਾ। ਤੇ ਪਲੱਸ ਮਾਰਕੀਟਿੰਗ ਦੇ ਲਈ ਉਹਨੂੰ 13,500 ਰੁਪਏ 2.5 ਕਿੱਲੇ ਦੇ ਮਗਰ ਸਹਾਇਤਾ ਦੇ ਰਿਹਾ ਹੈਗਾ। ਤੇ ਸਾਨੂੰ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਤੱਕ ਉੱਤੇ ਸਹਾਇਤਾ ਲੈ ਰਿਹਾ। ਤੇ ਤੀਜਾ ਸਾਡਾ ਲਾਈਡ ਡਿਪਾਰਟਮੈਂਟ ਹੈ, ਭੂਮੀ ਰੱਖਿਆ ਤੇ ਪਾਣੀ ਵਿਭਾਗ, ਉਹ ਮੱਕੀ ਦੇ ਵਿੱਚ ਤੁਪਕਾ ਸਿੰਚਾਈ 90% ਤੇ ਕਿਸਾਨ ਨੂੰ ਸਬਸਿਡੀ ਮੁਹੱਈਆ ਕਰਵਾ ਰਿਹਾ। ਤੇ ਆਪਣੇ ਸਬ ਮਿਸ਼ਨ ਔਨ ਐਗਰੀਕਲਚਰ ਮੈਕਨਾਈਜੇਸ਼ਨ ਸਕੀਮ ਹੈ, ਉਹਦੇ ਵਿੱਚ ਕਿਸਾਨ ਨੂੰ ਮੱਕੀ ਦੀ ਲਵਾਈ ਦੇ ਲਈ ਨਿਊਮੈਟਿਕ ਪਲਾਂਟਰ, ਬੈੱਡ ਪਲਾਂਟਰ ਤੇ ਰਿਜ ਪਲਾਂਟਰ ਤੇ 40% ਸਬਸਿਡੀ ਜਨਰਲ ਨੂੰ ਤੇ 50% ਸਬਸਿਡੀ ਇਸਤਰੀ ਤੇ SC ST ਕੈਟੇਗਰੀਜ਼ ਦੇ ਫਾਰਮਰ ਨੂੰ
ਉਪਲਬਧ ਕਰਾ ਰਿਹਾ ਹੈਗਾ। ਡਾਕਟਰ ਸਾਹਿਬ, ਅਕਸਰ ਦੇਖਿਆ ਜਾਂਦਾ ਕਿ ਸਾਡੇ ਕਿਸਾਨ ਵੀਰਾਂ ਨੂੰ ਮੰਡੀਕਰਨ ਦੇ ਵਿੱਚ ਔਕੜਾਂ ਦਾ ਕਾਫੀ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਨੂੰ ਚੰਗਾ ਭਾਅ ਨਹੀਂ ਮਿਲਦਾ ਦਾਣਿਆਂ ਦਾ। ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ, ਕਿੱਦਾਂ ਉਹ ਇਸ ਔਕੜਾਂ ਦਾ ਸਾਹਮਣਾ ਕਰਨ? ਪਹਿਲਾਂ ਤਾਂ ਇਹਦੇ ਵਿੱਚ ਜਿਹੜੇ ਆਪਾਂ ਨੂੰ ਮੱਕੀ ਦੇ ਦਾਣੇ ਮਿਲੇ ਆ ਉਹ ਆਪਾਂ ਸਿੱਧਾ ਮੰਡੀ ਦੇ ਵਿੱਚ ਆਪਾਂ ਵੇਚ ਸਕਦੇ ਹਾਂ, ਤੇ ਦੂਜਾ ਜਿਹਦੇ ਨਾਲ ਆਪਾਂ ਵੱਧ ਕਿਸਾਨ ਮੁਨਾਫਾ ਕਮਾ ਸਕਦਾ ਹੈ, ਮੱਕੀ ਦੀ ਵੈਲਿਊ ਐਡੀਸ਼ਨ ਕਰ ਸਕਦਾ ਹੈ, ਜਿਵੇਂ ਉਹਦੀ ਫੀਡ ਬਣਾ ਕੇ ਪੋਲਟਰੀ ਫੀਡ ਇੰਡਸਟਰੀ ਨੂੰ ਵੇਚ ਸਕਦਾ ਹੈ, ਪਲੱਸ ਉਹਦੇ ਅਲੱਗ-ਅਲੱਗ ਪ੍ਰੋਡਕਟ ਬਣਾ ਕੇ ਜਿਵੇਂ ਕੋਰਨ ਫਲੈਕਸ ਵਗੈਰਾ ਬਣਾ ਕੇ ਆਪਣੇ ਆਰਗੈਨਿਕ ਮੱਕੀ ਦਾ ਆਟਾ ਪੀ ਕੇ ਆਟਾ ਚੱਕੀ ਲਾ ਸਕਦਾ ਹੈਗਾ। ਤੇ ਉਸ ਤੋਂ ਬਾਅਦ ਸਵੀਟ ਕੋਰਨ ਵਗੈਰਾ ਅੱਜ ਕੱਲ੍ਹ ਜਿਵੇਂ ਸ਼ਹਿਰ ਦੇ ਨੇੜੇ ਜਿਹੜੇ ਕਿਸਾਨ ਨੇ ਖੇਤ ਨੇ ਜਿਨ੍ਹਾਂ ਦੇ, ਉਹ ਹੋਟਲਾਂ ਨਾਲ ਸਿੱਧਾ ਕੰਟਰੈਕਟ ਕਰ ਸਕਦੇ ਨੇ, ਉੱਥੇ ਮੱਕੀ ਉਹਨਾਂ ਦੇ ਸਿੱਧਾ ਐਜ਼ ਏ ਸਵੀਟ ਕੋਰਨ ਉਹ ਵੇਚ ਸਕਦਾ ਹੈ, ਤੇ ਬੇਬੀ ਕੋਰਨ ਕਲਟੀਵੇਸ਼ਨ ਕਰ ਸਕਦਾ ਹੈ, ਉਹਦਾ ਬਹੁਤ ਮਤਲਬ ਵੈਲਿਊ ਐਡੀਸ਼ਨ ਕਰ ਸਕਦਾ ਸ਼ਹਿਰੀ, ਤੇ ਉਹਨੂੰ ਵੱਧ ਉਹਦੇ ਵਿੱਚ ਪੈਸੇ ਮਿਲ ਸਕਦੇ ਨੇ। ਤੇ ਤੀਜਾ ਇਹਦੇ ਵਿੱਚ ਹੈਗਾ ਜਿਹੜਾ ਕਿਸਾਨ ਹੈ ਇਹਦਾ ਅਚਾਰ ਬਣਾ ਕੇ ਉਹਦੀ ਪੈਕਿੰਗ ਕਰਕੇ ਮਤਲਬ ਕਿ ਪਸ਼ੂਆਂ ਦੇ ਲਈ ਅੱਗੇ ਵੇਚ ਸਕਦਾ ਹੈ। ਤੇ ਮੰਡੀ ਆਪਣੇ ਸ਼ਹਿਰ ਦੇ ਨੇੜੇ ਵਾਲੇ ਜਿਹੜੇ ਕਿਸਾਨ ਨੇ ਉਹਨੂੰ ਹਰੇ ਚਾਰੇ ਦੇ ਤੌਰ ਤੇ ਮੱਕੀ ਨੂੰ ਮਤਲਬ ਕਿ ਵਧੀਆ ਮੰਡੀਕਰਨ ਕਰ ਸਕਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਸਾਨੂੰ ਹੁਣੇ ਸਕੀਮਾਂ ਦੇ ਵਿੱਚ NAFCC ਸਕੀਮ ਦੱਸੀ ਜਿਹੜੀ ਨਬਾਰਡ ਵੱਲੋਂ ਚਲਾਈ ਜਾ ਰਹੀ ਆ, ਜੇ ਗੱਲ ਕਰੀਏ ਕਿ ਆਮ ਕਿਸਾਨ ਕਿੱਦਾਂ ਇਸ ਸਕੀਮ ਦਾ ਲਾਭ ਉਠਾ ਸਕਦਾ? ਇਸ ਸਕੀਮ ਤਹਿਤ ਕਿਸਾਨ ਜਿਹੜਾ ਹੈਗਾ, ਜਿਹੜਾ ਮੱਕੀ ਦੀ ਕਾਸ਼ਤ ਕਰ ਰਿਹਾ ਹੈਗਾ, ਉਹ ਪਹਿਲਾਂ ਤਾਂ ਬਿੱਲ ਲਵੇ ਬੀਜ ਦਾ, ਨਦੀਨਨਾਸ਼ਕ ਦਾ, ਕੀਟਨਾਸ਼ਕ ਦਾ ਬਿੱਲ ਲੈ ਕੇ ਪਰਫਾਰਮਾ ਆਪਣੇ ਸੰਬੰਧਿਤ ਖੇਤੀਬਾੜੀ ਵਿਕਾਸ ਅਫਸਰ, ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਜਾ ਕੇ ਪਰਫਾਰਮਾ ਭਰ ਕੇ ਤਸਦੀਕ ਕਰਾ ਕੇ ਸਰਪੰਚ ਜਾਂ ਪੰਚ ਤੋਂ ਨੰਬਰਦਾਰ ਤੋਂ ਤਸਦੀਕ ਕਰਾ ਕੇ ਆਪਣੇ ਸੰਬੰਧਿਤ ਖੇਤੀਬਾੜੀ ਵਿਕਾਸ ਅਫਸਰ ਨੂੰ ਜਮ੍ਹਾਂ ਕਰਾਵੇ, ਨਾਲ ਉਹਦੇ ਬਿੱਲ ਲਾ ਦੇਵੇ ਕੀਟਨਾਸ਼ਕ ਦੇ, ਖਾਦਾਂ ਦੇ ਤੇ ਬੀਜ ਦੇ, ਤੇ ਉਹਨੂੰ ਸੰਬੰਧਿਤ ਆਪਣੇ ਅਫਸਰ ਨੂੰ ਜਮ੍ਹਾਂ ਕਰਵਾ ਦੇਵੇ। ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਸਾਨੂੰ ਮੱਕੀ ਦੀ ਕਾਸ਼ਤ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਸਿਰਫ ਇੱਕ ਮੱਕੀ ਦੀ ਫਸਲ ਹੀ ਇਹੋ ਜਿਹੀ ਫਸਲ ਆ ਜਿਹਨੂੰ ਆਪਾਂ ਫਸਲੀ ਵਿਭਿੰਨਤਾ ਦੇ ਤੌਰ ਤੇ ਅਪਣਾ ਸਕਦੇ ਹਾਂ ਤੇ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਦੇ ਆ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਇੰਨੀ ਮਹੱਤਵਪੂਰਨ ਜਾਣਕਾਰੀ ਦਿੱਤੀ। प्रकृति गजब की ताकत है इसमें, बारिश की रिमझिम फुहारों को ही लीजिए, जब सही समय पर मिट्टी पर गिरें तो खेतों में किसान की मेहनत रंग लाती है। लेकिन वही बारिश बेमौसम हो जाए तो फिर तबाही का मंजर दिखाती है। लेकिन क्यों रहे किसान के घर की खुशियां प्रकृति पर निर्भर, जब बन सकता है वो आत्मनिर्भर। किसानों को प्राकृतिक आपदाओं की वजह से फसली नुकसान होने की स्थिति को ध्यान में रखते हुए भारत सरकार ने 2016 में प्रधानमंत्री फसल बीमा योजना की घोषणा की। इस बीमा योजना का उद्देश्य विभिन्न प्रकार की प्राकृतिक आपदाओं जैसे ओले गिरना, जल भराव, बाढ़ का आना, बादल फटना, प्राकृतिक रूप से आग लग जाना, भूस्खलन, चक्रवाती तूफान, बेमौसम बारिश, फसल की बीमारियां, आकाशीय बिजली, कीटों के हमले वगैरह से होने वाले नुकसान की स्थिति में किसानों को वित्तीय सहायता प्रदान करना है। इस बीमा योजना के अंतर्गत फसल की विभिन्न अवस्थाओं को शामिल किया गया है, यानी पूरे फसल चक्र का सुरक्षा कवच। जिस दिन फसल काटकर खेत में सुखाने के लिए फैलाई, उसके अगले ही दिन मूसलाधार बारिश हो गई, सारी उपज बर्बाद हो गई। लेकिन ये तो अच्छा था कि मैंने फसल का बीमा करा रखा था, मैं नुकसान से बच गया और क्लेम की रकम भी मुझे आसानी से मिल गई। सारा भुगतान मेरे बैंक अकाउंट में हो गया। प्रधानमंत्री फसल बीमा योजना बहुत ही लाभकारी है और इसकी प्रक्रिया बहुत ही सरल है। पहली बात तो ये समझिए कि अगर आप अधिसूचित फसलों की खेती करने वाले किसान हैं, तो आप फसल बीमा के लिए पात्र हैं। इसमें काश्तकार किसान और बटाईदार सहित सभी किसान शामिल हैं। अनाज, दलहन, तिलहन और कुछ वार्षिक वाणिज्यिक फसलों को PMFBY के अंतर्गत कवर किया जाता है। ये दुनिया की तीसरी सबसे बड़ी और कामयाब फसल बीमा योजना है। केंद्र सरकार और राज्य सरकारों के अलावा 18 बीमा कंपनियां, 540 बैंक
तथा 45,000 जन सेवा केंद्र प्रधानमंत्री फसल बीमा योजना को किसानों तक पहुंचाने में कार्यरत हैं। इस योजना में प्रीमियम कम होने के कारण सभी स्तर के किसान इसका लाभ ले सकते हैं। खरीफ फसलों के लिए बीमित राशि का 2% प्रीमियम, रबी फसलों के लिए बीमित राशि का 1.5% प्रीमियम और बागवानी एवं वाणिज्यिक फसलों के लिए 5% प्रीमियम है। किसानों के लिए ये योजना कितनी लाभदायक है, इस बात का अंदाजा इससे ही लगाया जा सकता है कि 2016 में योजना की शुरुआत के बाद पहले 3 सालों में किसानों ने प्रीमियम के रूप में 13,000 करोड़ रुपए का भुगतान किया, जबकि अब तक फसलों के नुकसान के क्लेम के रूप में उन्हें 60,000 करोड़ रुपए मिल चुके हैं। यानी जमा राशि के मुकाबले 4.5 गुना अधिक राशि दावों के रूप में प्राप्त हो चुकी है। अब तक हर साल खरीफ और रबी के मौसम के दौरान 5 करोड़ से भी अधिक किसान इस योजना से जुड़े हैं। 2020 के लिए बीमा कराने की प्रक्रिया शुरू हो चुकी है। पंजीकरण की कट ऑफ तिथि हर राज्य में अलग अलग तय होती है। अपने क्षेत्रों या गांवों की अधिसूचित फसलों की सूची, बीमित राशि एवं कट ऑफ तिथि की अधिक जानकारी के लिए आप निकटतम कृषि अधिकारी, जन सेवा केंद्र एवं बीमा कंपनी के प्रतिनिधि से संपर्क करें। www.pmfby.gov.in पर लॉगिन करके या फसल बीमा ऐप क्रॉप इंश्योरेंस ऐप का उपयोग करके अपनी फसल के नामांकन के लिए आवेदन किया जा सकता है। नामांकन के लिए इन दस्तावेजों की जरूरत होती है: नवीनतम आधार कार्ड, मोबाइल नंबर, बैंक खाता विवरण, भू अभिलेख दस्तावेज जिसमें जमीन के कागजात और राज्य सरकार द्वारा निर्देशित कोई भी अन्य दस्तावेज। कैसे मिलेगा फसल नुकसान होने पर दावे का भुगतान? PMFBY योजना में बीजों की बुआई से लेकर फसल कटाई के बाद सुखाने के उद्देश्य से खेतों में 14 दिनों तक फैलाई जाने वाली फसलों के पूरे फसल चक्र के दौरान जोखिम के कवर को प्रदान करता है। स्थानीय आपदा के कारण या अगर फसल कटाई के बाद बीमित फसलों को प्राकृतिक आपदा से नुकसान होता है तो बीमित किसान को 72 घंटे के भीतर इसकी सूचना बीमा कंपनी, बैंक या फिर राज्य सरकार के अधिकारियों या बीमा कंपनी के टोल फ्री नंबर पर देना आवश्यक है। जोखिमों में उपज हानि का आकलन फसल कटाई प्रयोगों के आधार पर किया जाता है। आपदा के कारण हुए नुकसान पर किसान को बीमा कंपनी द्वारा क्लेम राशि का उचित भुगतान मिलता है। क्लेम राशि का भुगतान सीधे किसान के बैंक खाते में किया जाता है। शिकायत निवारण के लिए किसान बीमा कंपनी, निकटतम बैंक शाखा या ब्लॉक या जिला कृषि कार्यालय में संपर्क कर सकते हैं। वो अपनी शिकायतों के लिए जिला और राज्य स्तरीय शिकायत निवारण समिति तक भी पहुंच सकते हैं। दरअसल पहले सभी ऋणी किसान जो बैंकों या वित्तीय संस्थानों से मौसमी कृषि ऋण या KCC का लाभ उठा रहे थे, उन्हें अनिवार्य रूप से इस योजना में शामिल किया जाता था। लेकिन फरवरी 2020 में किसानों के हित में नामांकन प्रक्रिया में एक बड़ा बदलाव करते हुए अब इस योजना को सभी किसानों के लिए स्वैच्छिक कर दिया गया है। प्रधानमंत्री फसल बीमा योजना किसानों को उनकी मेहनत से उगाई फसल को सुरक्षित करके देश को आत्मनिर्भर बनाने की दिशा में अहम कदम साबित हो रही है। जब किसान बढ़ेगा प्रकृति निर्भरता से आत्मनिर्भरता की ओर, तभी तो बनता है आत्मनिर्भर राष्ट्र।